ਹੈਲੋ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡੇ ਸਭ ਦਾ ਹੀ ਜੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਜੀ। ਸੋ ਦੋਸਤੋ, ਅੱਜ ਦੀ ਕਲਾਸ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ 19 ਮਾਰਚ ਤੱਕ ਦੀਆਂ ਸਾਰੀਆਂ ਕਰੰਟ ਅਫੇਅਰ ਨਿਊਜ਼ ਬਾਰੇ, ਬਿਲਕੁਲ ਪੰਜਾਬੀ ਲੈਂਗੁਏਜ ਦੇ ਵਿੱਚ, ਬਿਲਕੁਲ ਸਿੰਪਲ ਭਾਸ਼ਾ ਵਿੱਚ ਆਪਾਂ ਸਾਰੀਆਂ ਕਰੰਟ ਅਫੇਅਰ ਨਿਊਜ਼ ਕਰਾਂਗੇ ਜੀ। ਸਾਰੀ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ, ਕਿਉਂਕਿ ਦੇਖੋ ਕਰੰਟ ਅਫੇਅਰ ਤਾਂ ਆਪਾਂ ਕਰ ਦਿਆਂਗੇ, ਪਲੱਸ ਤੋਂ ਇਲਾਵਾ ਆਪਣੇ ਜਿੰਨੇ ਵੀ ਸਟੈਟਿਕ ਫੈਕਟ ਹੁੰਦੇ ਨੇਗੇ ਆਪਾਂ ਕੋਸ਼ਿਸ਼ ਕਰਦੇ ਵੀ ਉਹਨਾਂ ਬਾਰੇ ਵੀ ਡਿਸਕਸ਼ਨ ਕਰੀਏ, ਔਰ ਇਸ ਤੋਂ ਇਲਾਵਾ ਆਪਣਾ ਪਿਛਲੀਆਂ ਕਰੰਟ ਅਫੇਅਰ ਨਿਊਜ਼ ਦੀ ਵੀ ਰਿਵੀਜ਼ਨ ਕਰਦੇ ਹਾਂ। ਸੋ ਕਹਿਣ ਦਾ ਭਾਵ ਜੀ ਕਲਾਸ ਤੁਹਾਡੇ ਲਈ ਇੰਪੋਰਟੈਂਟ ਹੁੰਦੀ ਆ ਪੰਜਾਬ ਦੇ ਹਰੇਕ ਪੇਪਰ ਵਾਸਤੇ, ਠੀਕ ਹੈ ਨਾ। ਸੋ ਤੁਸੀਂ ਇਸ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਗਾ, ਔਰ ਇਸ ਕਲਾਸ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਸਭ ਨੇ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਆਪਾਂ ਆਪਣੀ ਕਲਾਸ ਅੱਜ ਦੀ ਸ਼ੁਰੂ ਕਰਦੇ ਹਾਂ। ਔਰ ਉਸ ਤੋਂ ਪਹਿਲਾਂ ਜੀ ਜਿਨ੍ਹਾਂ ਨੇ ਵੀ ਰੇਸ ਅਕੈਡਮੀ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤਾ ਤਾਂ ਪਲੇ ਸਟੋਰ 'ਤੇ ਜਾ ਕੇ ਜੀ ਹੁਣੇ ਰੇਸ ਅਕੈਡਮੀ ਐਪਲੀਕੇਸ਼ਨ ਡਾਊਨਲੋਡ ਕਰ ਲੈਣਾ, ਕਿਉਂਕਿ ਇੱਥੇ ਤੁਹਾਨੂੰ ਬਹੁਤ ਸਾਰਾ ਸਟੱਡੀ ਮਟੀਰੀਅਲ ਮਿਲ ਜਾਵੇਗਾ। ਔਰ ਇਸ ਤੋਂ ਇਲਾਵਾ ਆਪਣੀ ਰੇਸ ਅਕੈਡਮੀ 'ਤੇ ਤੁਹਾਡੀ ਤਿਆਰੀ ਨੂੰ ਹੋਰ ਬਿਹਤਰ ਕਰਨ ਲਈ ਬਹੁਤ ਸਾਰੇ ਇੱਥੇ ਕੋਰਸਿਸ ਚਲਾਏ ਜਾ ਰਹੇ ਨੇ ਸਾਡੇ ਵੱਲੋਂ, ਔਰ ਤੁਸੀਂ ਆਪਣੇ ਕਿਸੇ ਵੀ ਕੋਰਸ ਵਿੱਚ ਇਨਰੋਲ ਕਰ ਸਕਦੇ ਹੋ, ਔਰ ਉਹਨਾਂ ਦੀ ਫੀਸ ਵੀ ਬਹੁਤ ਜ਼ਿਆਦਾ ਘੱਟ ਹੈ। ਔਰ ਉਸ ਦੇ ਉੱਤੇ ਵੀ ਆਪਾਂ ਨੇ ਹੁਣ 15 ਤੋਂ 21 ਮਾਰਚ ਤੱਕ ਸਪੈਸ਼ਲ ਡਿਸਕਾਊਂਟ ਆਫਰ ਚੱਲ ਰਿਹਾ ਜੀ, 70% ਆਫਰ ਸਾਰੇ ਹੀ ਕੋਰਸਾਂ ਦੇ ਵਿੱਚ। ਔਰ ਇਸ ਤੋਂ 22 ਤੋਂ 28 ਤੱਕ ਦੇਖੀਏ ਤਾਂ ਕਿ ਜਿਹੜਾ ਆਫ ਹੈਗਾ ਇਹ 60% ਰਹਿ ਜਾਣਾ ਗਾ, ਠੀਕ ਹੈ ਨਾ। ਤਾਂ ਤੁਸੀਂ ਹੁਣੇ ਪਲੇ ਸਟੋਰ 'ਤੇ ਜਾ ਕੇ ਰੇਸ ਅਕੈਡਮੀ ਐਪਲੀਕੇਸ਼ਨ ਡਾਊਨਲੋਡ ਕਰ ਲੈਣਾ, ਔਰ ਆਪਣੇ ਕਿਸੇ ਮਰਜ਼ੀ ਕੋਰਸ ਵਿੱਚ ਇਨਰੋਲਮੈਂਟ ਆਪਣੀ ਕਰ ਸਕਦੇ ਹੋ। ਬਾਕੀ ਫਿਰ ਵੀ ਕੋਈ ਡਾਊਟ ਹੈਗਾ ਤਾਂ ਨੀਚੇ ਸਾਡਾ ਨੰਬਰ ਦਿਖ ਰਿਹਾ ਤੁਹਾਨੂੰ, ਤਾਂ ਇਸ 'ਤੇ ਐਨੀ ਟਾਈਮ ਤੁਸੀਂ ਆਪਣੀ ਕਾਲ ਕਰ ਸਕਦੇ ਹੋਗੇ। ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਣੇ ਦੇਖੋ ਕਰੰਟ ਅਫੇਅਰ ਨਿਊਜ਼ ਬਾਰੇ। ਸਭ ਤੋਂ ਪਹਿਲਾ ਕੁਐਸਚਨ ਆਪਣਾ, ਅਕੋਰਡਿੰਗ ਟੂ ਦੀ ਰਿਲੀਜ਼ਡ ਵਰਲਡ 에ਅਰ ਕੁਆਲਿਟੀ ਰਿਪੋਰਟ 2020 ਵਿਚ ਹੈਜ਼ ਬਿਕਮ ਦੀ ਮੋਸਟ ਪੋਲਿਊਟਡ ਕੈਪੀਟਲ ਇਨ ਦੀ ਵਰਲਡ। ਦੇਖੋ ਜੀ ਇੱਕ ਨਾ ਰਿਪੋਰਟ ਆਈ ਹੈ, ਔਰ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਧਿਆਨ 'ਚ ਰੱਖਣਾ ਇਸ ਰਿਪੋਰਟ ਬਾਰੇ। ਪਹਿਲੀ ਗੱਲ, ਇਸ ਰਿਪੋਰਟ ਦਾ ਨਾਮ ਵੀ ਯਾਦ ਰੱਖਣਾ, ਵਰਲਡ 에ਅਰ ਕੁਆਲਿਟੀ 2020 ਰਿਪੋਰਟ। ਇਹਦੇ ਅਨੁਸਾਰ ਕਹਿੰਦੇ ਜੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਕਿਹੜੀ ਬਣੀ ਹੈਗੀ। ਹੁਣ ਦੇਖੋ ਅਗਰ ਆਪਾਂ ਗੱਲ ਕਰੀਏ ਦੁਨੀਆ ਦੀ ਸਭ ਤੋਂ ਜਿਹੜੀ ਪ੍ਰਦੂਸ਼ਿਤ ਰਾਜਧਾਨੀ ਹੈ, ਪੋਲਿਊਟਡ ਕੈਪੀਟਲ ਹੈਗੀ, ਉਹ ਆਪਣੇ ਭਾਰਤ ਦੀ ਹੀ ਹੈਗੀ ਹੈ ਜੀ, ਦਿੱਲੀ, ਠੀਕ ਹੈ ਨਾ। ਸੋ ਇਹਦੇ ਬਾਰੇ ਧਿਆਨ 'ਚ ਰੱਖਣਾ, ਇੰਪੋਰਟੈਂਟ ਇੱਕ ਰਿਪੋਰਟ ਇਹ ਹੈਗੀ। ਗੱਲ ਕਰੀਏ ਇਸ ਰਿਪੋਰਟ ਬਾਰੇ, ਦੇਖੋ ਇਹਦੇ ਵਿੱਚ ਨਾ ਇੱਕ ਦੋ ਗੱਲਾਂ ਤੁਹਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ, ਇਹਦੇ ਬਾਰੇ ਯਾਦ ਰੱਖਣਾ। ਅਗਰ ਤਾਂ ਆਪਾਂ ਗੱਲ ਕਰਦੇ ਹਾਂ ਕੈਪੀਟਲ ਬਾਰੇ, ਠੀਕ ਹੈ ਨਾ, ਕੈਪੀਟਲ ਬਾਰੇ ਸਭ ਤੋਂ ਜਿਹੜੀ ਪ੍ਰਦੂਸ਼ਿਤ ਕੈਪੀਟਲ ਆ ਉਹ ਹੈਗੀ ਆਪਣੇ ਭਾਰਤ ਦੀ ਦੁਨੀਆ ਦੇ ਵਿੱਚ। ਔਰ ਦੂਜੇ ਨੰਬਰ 'ਤੇ ਸਭ ਤੋਂ ਪੋਲਿਊਟਡ ਕੈਪੀਟਲ ਹੈਗੀ ਉਹ ਬੰਗਲਾਦੇਸ਼ ਦੀ, ਜਾਣੀ ਕਿ ਢਾਕਾ ਸੈਕਿੰਡ ਨੰਬਰ 'ਤੇ ਇਸ ਰਿਪੋਰਟ ਦੇ ਵਿੱਚ। ਤਾਂ ਇਹ ਤਾਂ ਸੀ ਗੱਲ ਕੈਪੀਟਲ ਬਾਰੇ। ਔਰ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈਗਾ ਸ਼ਹਿਰਾਂ ਬਾਰੇ ਵੀ, ਜਾਣੀ ਕਿ ਸਿਟੀ ਬਾਰੇ, ਜਾਣੀ ਕਿ ਦੁਨੀਆ ਦੀ ਸਭ ਤੋਂ ਮੋਸਟ ਪੋਲਿਊਟਡ ਜਿਹੜੀ ਸਿਟੀ ਆ ਉਹ ਕਿਹੜੀ ਹੈਗੀ ਆ। ਤਾਂ ਉਹਦੇ ਬਾਰੇ ਯਾਦ ਰੱਖਣਾ ਚੀਨ ਦੀ ਹੋਟਨ, ਠੀਕ ਹੈ ਨਾ। ਚੀਨ ਦਾ ਇੱਕ ਸ਼ਹਿਰ ਆ ਹੋਟਨ, ਸਭ ਤੋਂ ਵੱਧ ਪੋਲਿਊਟਡ ਇਹ ਹੈਗਾ ਗਾ ਜੀ। ਔਰ ਦੂਜੇ ਨੰਬਰ 'ਤੇ ਸਭ ਤੋਂ ਵੱਧ ਜਿਹੜਾ ਪੋਲਿਊਟਡ ਸ਼ਹਿਰ ਹੈਗਾ ਉਹ ਹੈ ਜੀ ਗਾਜ਼ੀਆਬਾਦ, ਔਰ ਤੀਜੇ ਨੰਬਰ 'ਤੇ ਹੈਗਾ ਗਾ ਬੁਲੰਦ ਸ਼ਹਿਰ ਆਪਣੇ ਭਾਰਤ ਦਾ। ਹਾਲਾਂਕਿ ਦੇਖੋ ਅਗਰ ਆਪਾਂ ਸ਼ਹਿਰਾਂ ਬਾਰੇ ਗੱਲ ਕਰੀਏ ਤਾਂ ਦੁਨੀਆ ਦੇ ਜਿਹੜੇ ਟੌਪ 30 ਸ਼ਹਿਰ ਨੇ ਜਿਹੜੀ ਇਸ ਸੂਚੀ ਵਿੱਚ, ਉਹਨਾਂ ਵਿੱਚ ਜਿਹੜੇ 22 ਸ਼ਹਿਰ ਨੇ ਨਾ ਉਹ ਆਪਣੇ ਭਾਰਤ ਦੇ ਹੀ ਹੈਗੇ ਨੇਗੇ। ਔਰ ਅਗਰ ਆਪਾਂ ਇਹਨਾਂ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਦਿੱਲੀ ਹੈਗੀ, ਜਿਹੜੀ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਕੈਪੀਟਲ ਹੈ, ਇਹਨਾਂ ਸ਼ਹਿਰਾਂ ਦੀ ਸੂਚੀ ਵਿੱਚ ਉਹ 10ਵੇਂ ਨੰਬਰ 'ਤੇ ਆ ਪੂਰੀ ਦੁਨੀਆ ਦੇ ਵਿੱਚੋਂ, ਠੀਕ ਹੈ ਨਾ। ਤਾਂ ਇੰਨਾ ਕੁ ਅੰਤਰ ਇਸ ਲਿਸਟ ਦਾ ਜਿਹੜਾ ਹੈਗਾ ਗਾ, ਰਿਪੋਰਟ ਦਾ ਹੈਗਾ ਗਾ, ਉਹ ਤੁਹਾਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਜੀ, ਠੀਕ ਹੈ ਜੀ। ਸੋ ਬਾਕੀ ਗੱਲ ਦਿੱਲੀ ਦੀ ਆਈ ਹੈ, ਤਾਂ ਦਿੱਲੀ ਬਾਰੇ ਵੀ ਕੁਝ ਨਿਊਜ਼ ਜਿਹੜੀਆਂ ਰਹੀਆਂ ਸੀ ਆਪਾਂ ਉਹਨਾਂ ਬਾਰੇ ਵੀ ਡਿਸਕਸ਼ਨ ਕਰ ਲੈਂਦੇ ਹਾਂ ਜੀ। ਦੇਖੋ ਅਗਰ ਆਪਾਂ ਗੱਲ ਕਰੀਏ ਦਿੱਲੀ ਬਾਰੇ ਤਾਂ ਇੱਥੋਂ ਦੇ CM ਹੈਗੇ ਨੇ ਅਰਵਿੰਦ ਕੇਜਰੀਵਾਲ, ਔਰ ਇੱਥੋਂ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਦਾ ਹੈਗਾ ਅਨਿਲ ਬੈਜਲ। ਬਾਕੀ ਗੱਲ ਦਿੱਲੀ ਬਾਰੇ ਕਰੀਏ ਤਾਂ ਦੇਖੋ ਦਿੱਲੀ ਸਰਕਾਰ ਨੇ ਹੁਣ ਬਜਟ ਪੇਸ਼ ਕੀਤਾ ਸੀ, ਔਰ ਉਸ ਬਜਟ ਦਾ ਨਾਂ ਸੀ ਦੇਸ਼ ਭਗਤੀ ਬਜਟ। ਔਰ ਇਸ ਤੋਂ ਇਲਾਵਾ ਆਪਾਂ ਨੇ ਕਰੰਟ ਅਫੇਅਰ ਨਿਊਜ਼ ਪੜ੍ਹੀ ਸੀ ਜੀ, ਇੱਕ ਯੋਜਨਾ ਸੀਗੀ ਸਹੇਲੀ ਕੋਆਰਡੀਨੇਸ਼ਨ ਯੋਜਨਾ, ਠੀਕ ਹੈ ਨਾ, ਦਿੱਲੀ ਸਰਕਾਰ ਨੇ ਸ਼ੁਰੂ ਕੀਤੀ ਸੀ। ਔਰ ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਰਾਸ਼ਨ ਵੰਡਣ ਵਾਸਤੇ ਘਰ ਘਰ, ਤਾਂ ਉਸ ਵਾਸਤੇ ਇੱਕ ਯੋਜਨਾ ਸੀ ਹਾਊਸ ਟੂ ਹਾਊਸ ਰਾਸ਼ਨ ਯੋਜਨਾ ਨੂੰ ਵੀ ਸ਼ੁਰੂ ਕੀਤਾ ਗਾ। ਔਰ ਇਸ ਤੋਂ ਇਲਾਵਾ ਦੇਖੋ ਦਿੱਲੀ ਦਾ ਇੱਕ ਮੈਟਰੋ ਸਟੇਸ਼ਨ ਆ, ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਸੀਗਾ, ਪਰ ਹੁਣ ਉਹਦਾ ਨਾਮ ਚੇਂਜ ਕਰਕੇ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਰੱਖ ਦਿੱਤਾ ਗਿਆ ਗਾ। ਤਾਂ ਇਹਦੇ ਬਾਰੇ ਵੀ ਯਾਦ ਰੱਖਣਾ। ਬਾਕੀ ਦੇਖੋ ਅੱਜ ਦਾ ਕੁਐਸਚਨ ਹੈ ਜਿਹੜਾ ਇਹ ਇੱਕ ਰਿਪੋਰਟ ਨਾਲ ਰਿਲੇਟਡ ਆ, ਤੁਹਾਨੂੰ ਮੈਂ ਇੱਕ ਰਿਪੋਰਟ ਹੋਰ ਦੱਸ ਦਿੰਦਾ ਗਾ। ਨੀਤੀ ਆਯੋਗ ਦੀ ਇੱਕ ਰਿਪੋਰਟ ਆਈ ਸੀ ਆਪਣੇ ਭਾਰਤ ਦੀ, ਉਹਦੇ ਵਿੱਚ ਇਨੋਵੇਸ਼ਨ ਇੰਡੈਕਸ ਸੀਗਾ, ਔਰ ਇਨੋਵੇਸ਼ਨ ਇੰਡੈਕਸ ਵਿੱਚ ਅਗਰ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਗੱਲ ਕਰੀਏ ਤਾਂ ਉਹਦੇ ਵਿੱਚ ਦਿੱਲੀ ਸਭ ਤੋਂ ਟੌਪ 'ਤੇ ਹੈਗਾ ਸੀਗਾ, ਠੀਕ ਹੈ ਨਾ। ਤਾਂ ਇਸ ਰਿਪੋਰਟ ਬਾਰੇ ਵੀ ਤੁਸੀਂ ਯਾਦ ਰੱਖ ਸਕਦੇ ਹੋ। ਤਾਂ ਇੰਨੇ ਕੁ ਫੈਕਟ ਦਿੱਲੀ ਨਾਲ ਰਿਲੇਟਡ ਯਾਦ ਰੱਖਣੇ, ਜਿਨ੍ਹਾਂ ਕਰਕੇ ਦਿੱਲੀ ਹਾਲ ਹੀ ਦੇ ਵਿੱਚ ਨਿਊਜ਼ ਵਿੱਚ ਚੱਲ ਰਿਹਾ ਸੀਗਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਵਾਜ਼ ਅਪੁਆਇੰਟਡ ਐਜ਼ ਦੀ ਡਾਇਰੈਕਟਰ ਜਨਰਲ ਇਨ ਦੀ ਨੈਸ਼ਨਲ ਸਿਕਿਉਰਿਟੀ ਗਾਰਡ। ਦੇਖੋ ਜੀ ਕੌਮੀ ਸੁਰੱਖਿਆ ਗਾਰਡ ਦੇ ਵਿੱਚ ਡਾਇਰੈਕਟਰ ਜਨਰਲ ਦੇ ਵਜੋਂ ਹੁਣ ਕਿਸ ਨੂੰ ਨਿਯੁਕਤ ਕੀਤਾ ਗਿਆ ਗਾ।
ਤਾਂ ਅਗਰ ਆਪਾਂ ਗੱਲ ਕਰੀਏ ਇਸ ਕੁਐਸਚਨ ਬਾਰੇ, ਦੇਖੋ ਕੁਲਦੀਪ ਸਿੰਘ ਬਾਰੇ ਦੇਖੀਏ ਤਾਂ ਆਪਾਂ ਨੇ ਇਹਨਾਂ ਬਾਰੇ ਪੜ੍ਹਿਆ ਸੀ। ਇਹਨਾਂ ਨੂੰ ਹਾਲ ਹੀ ਦੇ ਵਿੱਚ CRPF ਦੇ ਡਾਇਰੈਕਟਰ ਜਨਰਲ ਦੇ ਵਜੋਂ ਚੁਣਿਆ ਗਿਆ ਸੀਗਾ। ਸੋਮਾ ਮੰਡਲ ਬਾਰੇ ਗੱਲ ਕਰੀਏ ਤਾਂ ਇਹਨਾਂ ਨੂੰ ਸੇਲ ਦੇ ਨਵੇਂ ਹੈੱਡ ਬਣਾਇਆ ਗਿਆ ਸੀ, ਸੇਲ ਜਾਣੀ ਕਿ ਸਟੀਲ ਅਥਾਰਟੀ ਆਫ ਇੰਡੀਆ ਦਾ। ਔਰ ਸੁਬੋਧ ਕੁਮਾਰ ਜੈਸਵਾਲ ਇਹ CISF ਦੇ ਡਾਇਰੈਕਟਰ ਜਨਰਲ ਬਣੇ ਸੀਗੇ। ਬਾਕੀ ਕੁਐਸਚਨ ਬਚਦਾ ਇਹੀ ਆਪਣਾ ਰਾਈਟ ਆਨਸਰ ਹੈ ਜੀ MA ਗਣਪਤੀ। ਸੋ MA ਗਣਪਤੀ ਦਾ ਨਾਮ ਯਾਦ ਰੱਖਣਾ। ਇਹਨਾਂ ਨੂੰ ਜੀ ਹੁਣ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਨਵੇਂ ਡਾਇਰੈਕਟਰ ਜਨਰਲ ਦੇ ਵਜੋਂ ਚੁਣ ਲਿਆ ਗਿਆ ਗਾ। ਬਾਕੀ ਦੇਖੋ ਨੈਸ਼ਨਲ ਸਿਕਿਉਰਿਟੀ ਗਾਰਡ ਦੀ ਸਥਾਪਨਾ ਦੀ ਗੱਲ ਕਰੀਏ ਤਾਂ 22 ਸਤੰਬਰ 1986 ਦੇ ਵਿੱਚ ਹੋਈ ਸੀ ਆਪਣੇ, ਤੇ ਇੰਨੇ ਫੈਕਟ ਵੀ ਯਾਦ ਰੱਖ ਲੈਣੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਮੁਹੰਮਦ ਨਾਵੇਦ ਐਂਡ ਸ਼ੈਮਨ ਅਨਵਰ ਬੱਟ ਹੈਜ਼ ਬੀਨ ਬੈਂਡ ਫॉर 8 ਈਅਰ ਦੇ ਆਰ ਪਲੇਅਰ ਆਫ ਵਿਚ ਕੰਟਰੀ। ਦੇਖੋ ਜੀ ਕਹਿੰਦੇ ਮੁਹੰਮਦ ਨਾਵੇਦ ਤੇ ਸ਼ੈਮਨ ਅਨਵਰ ਬੱਟ ਉੱਤੇ ICC ਨੇ 8 ਸਾਲਾਂ ਦੇ ਵਾਸਤੇ ਪਾਬੰਦੀ ਲਗਾਈ ਆ। ਉਹ ਕਿਸ ਦੇਸ਼ ਦੇ ਖਿਡਾਰੀ ਨੇਗੇ? ਦੇਖੋ ਜੀ ਮੁਹੰਮਦ ਨਾਵੇਦ ਤੇ ਸ਼ੈਮਨ ਅਨਵਰ ਬੱਟ ਦੀ ਗੱਲ ਕਰੀਏ ਤਾਂ ਇਹ ਯੂਨਾਈਟਿਡ ਅਰਬ ਇਮਰਾਤ ਯਾਨੀ ਕਿ UAE ਕੰਟਰੀ ਦੇ ਪਲੇਅਰ ਹੈਗੇ ਸੀਗੇ। ਔਰ ਹੁਣ ਇਹਨਾਂ ਦੇ ਉੱਤੇ ICC ਦੇ ਵੱਲੋਂ ਯਾਨੀ ਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਵੱਲੋਂ 8 ਸਾਲਾਂ ਦੇ ਵਾਸਤੇ ਬੈਨ ਲਗਾ ਦਿੱਤਾ ਗਿਆ ਗਾ। ਕਿਉਂ ਬੈਨ ਲਗਾਏਗਾ? ਕਿਉਂਕਿ ਮੈਚ ਫਿਕਸਿੰਗ ਕਰਕੇ ਕਿ ਇਹਨਾਂ ਦੋਨਾਂ ਪਲੇਅਰ ਦਾ ਨਾਮ ਆਏਗਾ, ਸੋ ਤਾਂ ਕਰਕੇ ਇਹਨਾਂ ਉੱਤੇ ਬੈਨ ਲਗਾ ਦਿੱਤਾ ਗਿਆ ਗਾ। ਤਾਂ ਤੁਸੀਂ ਇਹਨਾਂ ਬਾਰੇ ਜ਼ਰੂਰ ਧਿਆਨ 'ਚ ਰੱਖਣਾ। ਬਾਕੀ ਦੇਖੋ ਇਹ ਪਲੇਅਰ ਹੈਗੇ ਸੀ UAE ਦੇ ਯਾਨੀ ਕਿ ਯੂਨਾਈਟਿਡ ਅਰਬ ਇਮਰਾਤ ਦੇ। UAE ਬਾਰੇ ਯਾਦ ਰੱਖ ਸਕਦੇ ਹੋ ਜੀ ਕੈਪੀਟਲ ਆਬੂ ਧਾਬੀ ਹੈ ਜੀ ਇਹਦੀ ਕੈਪੀਟਲ। ਆਬੂ ਧਾਬੀ ਦੇ ਵਿੱਚ ਵੈਸੇ ਤੁਹਾਨੂੰ ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਦਾ ਵੀ ਹੈੱਡਕੁਆਟਰ ਮਿਲ ਜਾਵੇਗਾ। ਬਾਕੀ ਇੱਥੋਂ ਇੱਕ ਕਰੰਸੀ ਚੱਲਦੀ ਹੈ ਜੀ ਦਹਿਰਮ। ਔਰ UAE ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਨਾਮ ਹੈ ਸ਼ੇਖ ਖਲੀਫਾ ਬਿਨ ਜ਼ਿਆਦ ਅਲ ਨਾਹਿਨ, ਠੀਕ ਹੈ ਨਾ। ਬਾਕੀ ਇੱਥੇ ਹੁਣ ਆਪਣੇ ਭਾਰਤੀ ਰਾਜਦੂਤ ਬਣੇ ਸੀ ਪਵਨ ਕੁਮਾਰ, ਤਾਂ ਇਹਨਾਂ ਬਾਰੇ ਵੀ ਯਾਦ ਰੱਖ ਲੈਣਾ। ਇੱਕ ਫੈਕਟ ਦੱਸਦਾ ਤੁਹਾਨੂੰ, UAE ਕੰਟਰੀ ਦੇ ਨਾ ਇੱਕ ਹੁਣ 에ਅਰਫੋਰਸ ਨੇ ਐਕਸਰਸਾਈਜ਼ ਚਲਾਈ ਸੀਗੀ ਜਿਹਦਾ ਨਾਂ ਸੀਗਾ ਡੈਜ਼ਰਟ ਫਲੈਕਸ 21। ਔਰ ਇਸ ਐਕਸਰਸਾਈਜ਼ ਦੇ ਵਿੱਚ ਹੁਣ ਆਪਣੇ ਭਾਰਤੀ 에ਅਰਫੋਰਸ ਨੇ ਪਹਿਲੀ ਵਾਰ ਹਿੱਸਾ ਲਿਆ ਸੀਗਾ। ਅਤੇ ਯਾਦ ਰੱਖ ਸਕਦੇ ਹੋ ਜਿਹੜੀ ਐਕਸਰਸਾਈਜ਼ ਆ ਕਿਸ ਕੰਟਰੀ ਦੀ ਹੈਗੀ ਹੈ, ਅਤੇ UAE ਦੀ ਆ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਇਜ਼ ਦੀ ਫਸਟ ਇੰਡੀਅਨ ਟੂ ਰਿਸੀਵ ਦੀ ਏਸ਼ੀਆ ਇਨਵਾਇਰਮੈਂਟਲ ਇਨਫੋਰਸਮੈਂਟ ਅਵਾਰਡ। ਦੇਖੋ ਜੀ ਕਹਿੰਦੇ ਏਸ਼ੀਆ ਵਾਤਾਵਰਨ ਪ੍ਰਣਾਲੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕੌਣ ਬਣੇਗਾ? ਦੇਖੋ ਅਗਰ ਆਪਾਂ ਇਸ ਅਵਾਰਡ ਬਾਰੇ ਗੱਲਬਾਤ ਕਰੀਏ ਤਾਂ ਇਹ ਅਵਾਰਡ ਦਿੱਤਾ ਜਾਂਦਾ ਗਾ ਯੂਨਾਈਟਿਡ ਨੇਸ਼ਨਲ ਇਨਵਾਇਰਮੈਂਟਲ ਪ੍ਰੋਗਰਾਮ ਦੇ ਵੱਲੋਂ। ਔਰ ਇਸ ਵਾਰੀ ਜੀ ਪਹਿਲੀ ਵਾਰ ਕਿਸੇ ਭਾਰਤੀ ਵਿਅਕਤੀ ਨੂੰ ਮਿਲਿਆ ਔਰ ਜਿਨ੍ਹਾਂ ਨਾਂ ਗਾ ਜੀ ਸ਼ਸ਼ਮਿਤਾ ਲਿੰਕਾ। ਸੋ ਇਹਨਾਂ ਬਾਰੇ ਸੁਣੇ ਯਾਦ ਰੱਖਣਾ। ਇਹਨਾਂ ਨੂੰ ਹੁਣ ਯੂਨਾਈਟਿਡ ਨੇਸ਼ਨ ਇਨਵਾਇਰਮੈਂਟਲ ਪ੍ਰੋਗਰਾਮ ਦੇ ਵੱਲੋਂ ਏਸ਼ੀਆ ਇਨਵਾਇਰਮੈਂਟਲ ਇਨਫੋਰਸਮੈਂਟ ਅਵਾਰਡ ਦਿੱਤਾ ਜਾਂਦਾ। ਜਿਹੜੇ ਲੋਕ ਵਾਤਾਵਰਨ ਵਾਸਤੇ ਕੋਈ ਨਾ ਕੋਈ ਆਪਣਾ ਯੋਗਦਾਨ ਪਾਉਂਦੇ ਨੇ ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਗਾ। ਸੋ ਇਸ ਵਾਰੀ ਮਿਲੇਗਾ ਸ਼ਸ਼ਮਿਤਾ ਲਿੰਕਾ ਨੂੰ। ਬਾਕੀ ਇਸ ਅਵਾਰਡ ਦੀ ਇੱਕ ਕੈਟੇਗਰੀ ਇਨੋਵੇਸ਼ਨ ਕੈਟੇਗਰੀ ਦੇ ਵਿੱਚ ਗੱਲ ਕਰੀਏ ਤਾਂ ਆਪਣਾ ਇੱਕ ਭਾਰਤੀ ਬੋਰਡ ਹੈਗਾ ਉਸ ਨੂੰ ਦਿੱਤਾ ਗਿਆ ਗਾ। ਔਰ ਉਸ ਬੋਰਡ ਦਾ ਨਾਂ ਗਾ ਦੀ ਵਾਈਲਡ ਕੰਟਰੋਲ ਬੋਰਡ ਬਿਊਰੋ, ਠੀਕ ਹੈ ਨਾ। ਤਾਂ ਉਸ ਨੂੰ ਇਹ ਦਿੱਤਾ ਗਿਆ ਗਾ। ਤਾਂ ਇਹ ਵੀ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋਗੇ। ਬਾਕੀ ਇਸ ਤੋਂ ਇਲਾਵਾ ਗੱਲ ਕਰੀਏ ਦੇਖੋ ਵਿਕਾਸ ਸਿੰਘ ਬਾਰੇ, ਇਹਨਾਂ ਬਾਰੇ ਪੜ੍ਹਿਆ ਸੀ ਆਪਾਂ ਨੇ ਜੀ। ਵਿਕਾਸ ਸਿੰਘ ਨੂੰ ਹੁਣ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਹੈੱਡ ਬਣਾਇਆ ਗਿਆ ਗਾ। ਔਰ ਸੰਜੇ ਕਪੂਰ ਬਾਰੇ ਗੱਲ ਕਰੀਏ ਤਾਂ ਇਹਨਾਂ ਨੂੰ ਆਲ ਇੰਡੀਆ ਚੈਸ ਫੈਡਰੇਸ਼ਨ ਦੇ ਹੈੱਡ ਵਜੋਂ ਚੁਣਿਆ ਗਿਆ। ਬਾਕੀ ਗਿਆਨੇਂਦਰੋ ਨਿਗਮ ਬਾਰੇ ਗੱਲ ਕਰੀਏ ਤਾਂ ਮਣੀਪੁਰ ਤੋਂ ਹੈਗੇ ਨੇ ਔਰ ਇਹਨਾਂ ਨੂੰ ਹਾਕੀ ਇੰਡੀਆ ਦੇ ਨਵੇਂ ਪ੍ਰੈਜ਼ੀਡੈਂਟ ਵਜੋਂ ਚੁਣਿਆ ਗਿਆ ਸੀਗਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖ ਸਕਦੇ ਹੋ। ਬਾਕੀ ਇਸ ਅਵਾਰਡ ਬਾਰੇ ਤਾਂ ਜ਼ਰੂਰ ਧਿਆਨ ਵਿੱਚ ਰੱਖਣਾ, ਇੰਪੋਰਟੈਂਟ ਅਵਾਰਡ ਆ ਕਿਉਂਕਿ ਪਹਿਲੀ ਵਾਰ ਕਿਸੇ ਭਾਰਤੀ ਨੂੰ ਇਹ ਅਵਾਰਡ ਲਈ ਚੁਣਿਆ ਗਿਆ ਗਾ ਜਿਨ੍ਹਾਂ ਨਾਂ ਗਾ ਸ਼ਸ਼ਮਿਤਾ ਲਿੰਕਾ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਹੂ ਹੈਜ਼ ਬੀਨ ਚੂਜ਼ਨ ਬਾਈ BCCI ਐਜ਼ ਦੀ ਅਫੀਸ਼ੀਅਲ ਪਾਰਟਨਰ ਫॉर IPL। ਦੇਖੋ ਜੀ ਕਹਿੰਦੇ ਇਸ ਵਾਰ ਦਾ ਜਿਹੜਾ IPL ਹੋਣਾ ਗਾ ਉਹਦੇ ਵਾਸਤੇ BCCI ਦੇ ਵੱਲੋਂ ਜਿਹੜਾ IPL ਅਧਿਕਾਰਿਤ ਭਾਈਵਾਲ ਜਾਣੀ ਕਿ ਸਪੋਂਸਰ ਹੈ ਉਹ ਕਿਸ ਨੂੰ ਚੁਣਿਆ ਗਿਆ ਗਾ। ਦੇਖੋ ਅਗਰ ਆਪਾਂ ਗੱਲ ਕਰੀਏ ਇਸ ਸਾਲ ਦੇ IPL ਬਾਰੇ ਤਾਂ ਜਿਹੜਾ ਅਫੀਸ਼ੀਅਲ ਪਾਰਟਨਰ ਰਹਿਣ ਵਾਲਾ ਇਸ ਵਾਰੀ ਉਹ ਰਹਿਣ ਵਾਲਾ ਜੀ IPL ਦਾ ਅਪ ਸਟਾਕਸ, ਠੀਕ ਹੈ ਨਾ। ਅਪ ਸਟਾਕਸ ਕੰਪਨੀ ਦੀ ਗੱਲ ਕਰੀਏ ਤਾਂ ਕੋਲਨ ਟ੍ਰੇਡਿੰਗ ਕੰਪਨੀ ਹੈਗੀ ਇਹ। ਔਰ ਇਸ ਵਾਰੀ ਦਾ ਜਿਹੜਾ IPL ਆ ਉਹਦੇ ਵਿੱਚ ਤੁਹਾਨੂੰ ਅਪ ਸਟਾਕ ਦੇ ਲੋਗੋ ਵਗੈਰਾ ਦਿਖਣਗੇ ਕਿਉਂਕਿ ਇਹ ਸਪੋਂਸਰ ਬਣ ਚੁੱਕੇ ਇਸ ਵਾਰੀ ਦੇ IPL ਦਾ। ਜਦ ਕਿ ਪਿਛਲੇ ਸਾਲ ਗੱਲ ਕਰੀਏ ਤਾਂ ਅਫੀਸ਼ੀਅਲ ਪਾਰਟਨਰ ਹੈਗਾ ਸੀਗਾ ਡ੍ਰੀਮ 11, ਪਰ ਤੁਹਾਨੂੰ ਯਾਦ ਰੱਖਣਾ ਹੁਣ ਇਸ ਵਾਰੀ ਦਾ, ਠੀਕ ਹੈ ਨਾ ਜੀ। ਬਾਕੀ ਇਸ ਤੋਂ ਇਲਾਵਾ ਗੱਲ ਕਰੀਏ ਜਿਵੇਂ MPL ਬਾਰੇ ਵੀ ਦੇਖੀਏ ਤਾਂ MPL ਆ ਜਿਹੜੀ ਆਪਣੀ ਇੰਡੀਅਨ ਕ੍ਰਿਕਟ ਟੀਮ ਆ ਉਹਦੀ ਅਫੀਸ਼ੀਅਲ ਕਿੱਟ ਦਾ ਸਪੋਂਸਰ ਹੈ ਇਹ। ਔਰ ਬਾਈਜੂ ਬਾਰੇ ਦੇਖੀਏ ਤਾਂ ਸਾਲ 2019 ਤੋਂ ਲੈ ਕੇ ਸਾਲ 2022 ਤੱਕ ਜਾਣੀ ਕਿ ਅਗਲੇ ਸਾਲ ਤੱਕ ਆਪਣੀ ਇੰਡੀਅਨ ਕ੍ਰਿਕਟ ਟੀਮ ਦਾ ਵੀ ਸਪੋਂਸਰ ਹੈਗਾ ਗਾ ਬਾਈਜੂ, ਠੀਕ ਹੈ ਨਾ। ਤਾਂ ਇਹਦੇ ਬਾਰੇ ਵੀ ਯਾਦ ਰੱਖ ਸਕਦੇ ਹੋ ਤੁਸੀਂ।
ਬਾਕੀ ਇਸ ਨੂੰ ਚੁਣਿਆ ਗਿਆ ਜੀ BCCI ਦੇ ਵੱਲੋਂ। BCCI ਬਾਰੇ ਵੀ ਕੁਝ ਫੈਕਟ ਨੇ ਜਿਹੜੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇਗੇ। BCCI ਦੀ ਫੁੱਲ ਫਾਰਮ ਹੁੰਦੀ ਆ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ, ਔਰ ਇਹਦੀ ਸਥਾਪਨਾ ਆਪਣੇ ਭਾਰਤ ਵਿੱਚ ਹੋਈ ਸੀ ਜੀ ਸੰਨ 1928 ਦੇ ਵਿੱਚ। ਔਰ ਗੱਲ ਕਰੀਏ ਇਹਦੇ ਹੈੱਡਕੁਆਟਰ ਬਾਰੇ, ਕਈ ਵਾਰੀ ਪੁੱਛਿਆ ਜਾ ਸਕਦਾ ਗਾ, ਯਾਦ ਰੱਖ ਸਕਦੇ ਤੁਸੀਂ, ਵਾਨਖੇੜੇ ਸਟੇਡੀਅਮ ਵਿੱਚ ਹੈ ਜੀ, ਮੁੰਬਈ 'ਚ। ਔਰ ਇਹਦੇ ਐਟ ਪ੍ਰੈਜ਼ੀਡੈਂਟ ਕੌਣ ਨੇ ਭਲਾ? ਸੌਰਵ ਗਾਂਗੁਲੀ ਬਣੇ ਹੋਏ ਨੇਗੇ, ਯਾਦ ਰੱਖਣਾ। ਔਰ ਇਹਦੇ ਵਾਈਸ ਪ੍ਰੈਜ਼ੀਡੈਂਟ ਵੀ ਕਈ ਵਾਰ ਪੁੱਛ ਲੈਂਦੇ ਹੁੰਦੇ ਨੇ, ਰਾਜੀਵ ਸ਼ੁਕਲਾ ਇਹਨਾਂ ਦਾ ਨਾਮ। ਔਰ ਇਹਦੇ ਸੈਕਟਰੀ ਹੈਗੇ ਨੇਗੇ ਜੈ ਸ਼ਾਹ ਅਮਿਤ ਸ਼ਾਹ ਦੇ ਬੇਟੇ ਨੇ, ਜਿਹੜੇ ਆਪਣੇ ਗ੍ਰਹਿ ਮੰਤਰੀ ਨੇ। ਬਾਕੀ ਇਸ ਤੋਂ ਇਲਾਵਾ ਗੱਲ ਕਰੀਏ BCCI ਬਾਰੇ, ਦੇਖੋ ਆਪਣੀ ਜਿਹੜੀ ਇੰਡੀਅਨ ਕ੍ਰਿਕਟ ਟੀਮ ਹੈ ਇਹਦੇ ਤੁਸੀਂ ਕੋਚ ਦੇ ਨਾਮ ਵੀ ਯਾਦ ਰੱਖਣੇ। ਜਿਹੜੀ ਆਪਣੀ ਮੈਨਸ ਟੀਮ ਹੈਗੀ ਉਹਦੇ ਕੋਚ ਹੈਗੇ ਨੇਗੇ ਰਵੀ ਸ਼ਾਸਤਰੀ, ਔਰ ਜਿਹੜੀ ਵੂਮੈਨਸ ਟੀਮ ਹੈਗੀ ਉਹਦੇ ਕੋਚ ਹੈਗੀ ਬੁਕੇਰੀ ਰਮਨ, ਠੀਕ ਹੈ ਨਾ। ਤਾਂ ਤੁਸੀਂ ਉਹਨਾਂ ਬਾਰੇ ਵੀ ਧਿਆਨ ਵਿੱਚ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਲਕਸ਼ਮਣ ਪਾਈ ਹੂ ਵਾਜ਼ ਅਵਾਰਡਡ ਦੀ ਪਦਮ ਭੂਸ਼ਣ ਹੈਜ਼ ਬੀਨ ਪਾਸਡ ਅਵੇ, ਹੀ ਵਾਜ਼ ਰਿਲੇਟਡ ਟੂ ਵਿਚ ਰੀਜ਼ਨ? ਦੇਖੋ ਜੀ ਪਦਮ ਭੂਸ਼ਣ ਨਾਲ ਸਨਮਾਨਿਤ ਲਕਸ਼ਮਣ ਪਾਈ ਦਾ ਦੇਹਾਂਤ ਹੋ ਚੁੱਕਿਆ ਗਾ, ਉਹ ਕਿਹੜੇ ਖਿੱਤੇ ਨਾਲ ਸੰਬੰਧਿਤ ਹੈਗੇ ਸੀਗੇ? ਦੇਖੀਏ ਜੀ ਗੱਲ ਕਰੀਏ ਤਾਂ ਅਗਰ ਆਪਾਂ ਲਕਸ਼ਮਣ ਪਾਈ ਬਾਰੇ, ਇੱਕ ਇਹ ਆਪਣੇ ਭਾਰਤ ਦੇ ਜਾਣੇ ਮਾਣੇ ਫੇਮਸ ਪੇਂਟਰ ਹੈਗੇ ਸੀਗੇ ਜੀ, ਔਰ ਹੁਣ ਇਹਨਾਂ ਦਾ ਦੇਹਾਂਤ ਹੋ ਚੁੱਕਿਆ ਗਾ, ਔਰ ਇਹਨਾਂ ਨੂੰ ਪਦਮ ਭੂਸ਼ਣ ਵੀ ਮਿਲ ਚੁੱਕਿਆ ਗਾ। ਪਦਮ ਭੂਸ਼ਣ ਤੋਂ ਇਲਾਵਾ ਜੀ ਅਗਰ ਆਪਾਂ ਗੱਲ ਕਰੀਏ ਲਕਸ਼ਮਣ ਪਾਈ ਬਾਰੇ, ਤਾਂ ਇਹਨਾਂ ਨੂੰ 3 ਵਾਰੀ ਲਲਿਤ ਕਲਾ ਅਕਾਦਮੀ ਅਵਾਰਡ ਵੀ ਮਿਲ ਚੁੱਕਿਆ ਗਾ, ਔਰ ਇਹ ਬੜੇ ਫੇਮਸ ਜਾਣੇ ਮਾਣੇ ਪੇਂਟਰ ਸੀਗੇ ਜਿਨ੍ਹਾਂ ਦਾ ਹੁਣ ਕੀ ਦੇਹਾਂਤ ਹੋਇਆ ਗਾ। ਸੋ ਇਹਨਾਂ ਦਾ ਨਾਮ ਯਾਦ ਰੱਖਣਾ, ਕਈ ਵਾਰੀ ਤੁਹਾਨੂੰ ਕਦੇ ਕੁਐਸਚਨ ਆ ਸਕਦਾ ਗਾ, ਲਕਸ਼ਮਣ ਪਾਈ ਕਿਸ ਚੀਜ਼ ਨਾਲ ਸੰਬੰਧਿਤ ਹੈ? ਯਾਦ ਰੱਖਣਾ ਪੇਂਟਰ ਸੀਗੇ ਇਹ ਆਪਣੇ ਭਾਰਤ ਦੇ ਇੱਕ ਜਾਣੇ ਮਾਣੇ, ਠੀਕ ਹੈ ਜੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਵਿਲ ਹੋਸਟ ਦੀ 2021 ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ? ਕਿਹੜਾ ਦੇਸ਼ ਸਾਲ 2021 ਦੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਕਹਿੰਦੇ ਮੇਜ਼ਬਾਨੀ ਕਰੇਗਾ? ਦੇਖੋ ਜੀ ਹੁਣ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦੇ ਦੁਆਰਾ ਕਿਹਾ ਗਿਆ ਗਾ, ਜਿਹੜਾ ਆਪਣਾ ਭਾਰਤ ਹੈਗਾ ਸਾਲ 2021 ਜਾਣੀ ਕਿ ਇਸ ਵਾਰੀ ਦਾ ਜਿਹੜਾ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਔਰ ਜਿਹੜੀ ਇਹ ਚੈਂਪੀਅਨਸ਼ਿਪ ਹੋਣੀ ਇਸ ਵਾਰੀ ਆਪਣੇ ਭਾਰਤ ਦੀ ਕੈਪੀਟਲ ਜਾਣੀ ਕਿ ਦਿੱਲੀ ਦੇ ਵਿੱਚ ਹੋਣੀ ਹੈ, ਠੀਕ ਹੈ ਨਾ। ਤਾਂ ਇਹਦੇ ਬਾਰੇ ਯਾਦ ਰੱਖਣਾ, ਔਰ ਇਹ ਜਿਹੜਾ ਕਿਹਾ ਗਾ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਵੱਲੋਂ ਐਲਾਨ ਕੀਤਾ ਗਿਆ ਗਾ। ਬਾਕੀ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦਾ ਹੈੱਡਕੁਆਟਰ ਹੈਗਾ ਜੀ ਸਵਿਟਜ਼ਰਲੈਂਡ ਵਿੱਚ, ਔਰ ਇਹਦੇ ਐਟ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਉਮਰ ਕਰੀਮਲੇਵ ਹੈਗਾ ਇਹਨਾਂ ਦਾ ਨਾਮ, ਯਾਦ ਰੱਖਣਾ। ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਹੂ ਇਜ਼ ਦੀ ਫੀਮੇਲ ਆਰਟਿਸਟ ਹੂ ਹੈਜ਼ ਵੌਨ ਦੀ ਗ੍ਰੈਮੀ ਅਵਾਰਡਸ ਮੋਸਟ ਆਫ ਟਾਈਮ? ਦੇਖੋ ਜੀ ਕਹਿੰਦੇ ਗ੍ਰੈਮੀ ਅਵਾਰਡ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਔਰਤ ਕਲਾਕਾਰ ਕੌਣ ਬਣੀ ਹੈਗੀ? ਦੇਖੋ ਅਗਰ ਆਪਾਂ ਗੱਲ ਕਰੀਏ ਇਸ ਅਵਾਰਡ ਨੂੰ ਜਿੱਤਣ ਵਾਲੀ ਸਭ ਤੋਂ ਵੱਧ ਵਾਰ ਜਿਹੜੇ ਇਸ ਸਾਲ ਵੀ ਇਹਨਾਂ ਨੂੰ ਮਿਲਿਆ ਗਾ, ਔਰ ਇਹਨਾਂ ਨਾਮ ਨੰਬਰ A ਰਾਈਟ ਆਂਸਰ ਹੋ ਜਾਏਗਾ ਬਿਯੋਂਸੇ ਇਹਨਾਂ ਦਾ ਨਾਮ ਹੈ। ਬਿਯੋਂਸੇ ਬਾਰੇ ਗੱਲ ਕਰੀਏ ਤਾਂ ਇਸ ਵਾਰੀ ਇਹ ਅਵਾਰਡ ਜਿੱਤਣ ਕਰਕੇ ਲਗਭਗ ਇਹਨਾਂ ਨੂੰ 28 ਵਾਰ ਇਹ ਅਵਾਰਡ ਮਿਲ ਚੁੱਕਿਆ, ਜਿਹਦੇ ਕਰਕੇ ਸਭ ਤੋਂ ਵੱਧ ਵਾਰ ਇਹ ਅਵਾਰਡ ਜਿੱਤਣ ਵਾਲੀ ਔਰਤ ਬਣੀ ਆ, ਔਰ ਇੱਕ ਪੌਪ ਸਿੰਗਰ ਹੈਗੀ। ਗੱਲ ਕਰੀਏ ਇਸ ਅਵਾਰਡ ਬਾਰੇ, ਦੇਖੋ ਗ੍ਰੈਮੀ ਅਵਾਰਡ ਨਾ ਜਿਹੜਾ ਆਪਣੇ ਸੰਗੀਤ ਜਗਤ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਹੁੰਦਾ ਗ੍ਰੈਮੀ ਅਵਾਰਡ, ਔਰ ਇਸ ਵਾਰੀ ਇਹਦਾ 63ਵਾਂ ਐਡੀਸ਼ਨ ਹੈਗਾ ਸੀ ਅਵਾਰਡ ਦਾ, ਕਿਉਂਕਿ ਇਹਦੀ ਸ਼ੁਰੂਆਤ ਹੋਈ ਸੀ ਸੰਨ 1959 ਦੇ ਵਿੱਚ, ਔਰ ਇਹ 28 ਵਾਰ ਜਿੱਤਿਆ ਗਾ ਬਿਯੋਂਸੇ ਨੇ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਇਸ ਵਾਰੀ ਕਿਸ ਨੂੰ ਮਿਲਿਆ ਇਹ। ਬਾਕੀ ਦੇਖੋ ਗ੍ਰੈਮੀ ਅਵਾਰਡ ਬਾਰੇ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ, ਕਈ ਥਾਂ 'ਤੇ ਤੁਹਾਨੂੰ ਗ੍ਰੈਮੀ ਅਵਾਰਡ ਨੂੰ ਆਪਣਾ ਗ੍ਰਾਮੋਫੋਨ ਅਵਾਰਡ ਵੀ ਕਹਿੰਦੇ ਨੇ, ਠੀਕ ਹੈ ਨਾ। ਗ੍ਰਾਮੋਫੋਨ ਅਵਾਰਡ ਕਿਸ ਨੂੰ ਕਿਹਾ ਜਾਂਦਾ? ਗ੍ਰੈਮੀ ਅਵਾਰਡ ਨੂੰ ਹੀ ਕਿਹਾ ਜਾਂਦਾ। ਇਹ ਫੈਕਟ ਵੀ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋਗੇ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਬਿਕਮ ਦੀ ਫਸਟ ਇੰਡੀਅਨ ਫੈਂਸਿੰਗ ਪਲੇਅਰ ਟੂ ਗੈਟ ਐਨ ਓਲੰਪਿਕ ਟਿਕਟ? ਦੇਖੋ ਜੀ ਕਹਿੰਦੇ ਓਲੰਪਿਕ ਟਿਕਟ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਕੌਣ ਬਣ ਗਈ ਹੈਗੀ? ਹੁਣ ਤਲਵਾਰਬਾਜ਼ ਜਾਣੀ ਕਿ ਫੈਂਸਿੰਗ ਪਲੇਅਰ ਆ, ਔਰ ਇਹਨਾਂ ਨਾਮ ਯਾਦ ਰੱਖਣਾ ਜੀ ਭਵਾਨੀ ਦੇਵੀ ਇਹਨਾਂ ਦਾ ਨਾਮ। ਸੋ ਆਪਸ਼ਨ ਨੰਬਰ B ਬਿਲਕੁਲ ਆਪਣਾ ਇੱਥੇ ਰਾਈਟ ਆਂਸਰ ਹੋ ਜਾਏਗਾ, ਠੀਕ ਹੈ ਨਾ। ਸੋ ਇਹਨਾਂ ਦਾ ਨਾਮ ਸੁਣਿਓ ਜ਼ਰੂਰ ਧਿਆਨ 'ਚ ਰੱਖਣਾ, ਔਰ ਇਹ ਹੈਗੀ ਕਿੱਥੋਂ? ਇਹ ਭਾਰਤ ਦੇ ਤਮਿਲਨਾਡੂ ਸਟੇਟ ਤੋਂ ਹੈਗੀ, ਠੀਕ ਹੈ ਜੀ। ਤਾਂ ਇਹਨਾਂ ਬਾਰੇ ਯਾਦ ਰੱਖ ਸਕਦੇ ਹੋ। ਵੈਸੇ ਉਧਰ ਆਪਸ਼ਨ ਸਾਰੇ ਹੀ ਦੇਖੋ ਨਾਮ ਦੇ ਵਿੱਚ ਦੇਖੋ ਤੁਸੀਂ ਦੇਵੀ ਸ਼ਬਦ ਲੱਗਿਆ ਹੋਏਗਾ, ਔਰ ਇਹ ਸਾਰੀਆਂ ਹੀ ਦੇਵੀਆਂ ਕਿਸੇ ਨਾ ਕਿਸੇ ਕਰਕੇ ਨਿਊਜ਼ ਵਿੱਚ ਰਹੀਆਂ ਸੀ। ਇੱਕ ਵਾਰੀ ਇਹਨਾਂ ਬਾਰੇ ਦੇਖ ਲੈਂਦੇ ਆਪਾਂ, ਜਿਵੇਂ ਕਿ ਪੂਜਾ ਦੇਵੀ ਤੋਂ ਸ਼ੁਰੂ ਕਰਦੇ ਹਾਂ। ਆਪਸ਼ਨ ਨੰਬਰ A ਤੋਂ ਪੂਜਾ ਦੇਵੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਬਣੀ ਸੀ ਇਹ। ਰੇਨੂ ਦੇਵੀ ਦੀ ਗੱਲ ਕਰੀਏ ਤਾਂ ਬਿਹਾਰ ਦੀ ਪਹਿਲੀ ਵਾਰ ਕੋਈ ਮਹਿਲਾ ਡਿਪਟੀ CM ਬਣੀ ਹੈਗੀ ਇਹ। ਤਾਂ ਇਹਨਾਂ ਦਾ ਨਾਮ ਯਾਦ ਰੱਖਿਓ। ਵੈਸੇ ਤਾਂ 2 ਡਿਪਟੀ CM ਬਣੇ ਨੇ, ਇੱਕ ਤਾਂ ਰੇਨੂ ਦੇਵੀ ਆ, ਦੂਜੇ ਵਿਅਕਤੀ ਨੇ ਤਾਰ ਕਿਸ਼ੋਰ ਪ੍ਰਸਾਦ, ਠੀਕ ਹੈ ਨਾ। ਤਾਰ ਕਿਸ਼ੋਰ ਪ੍ਰਸਾਦ ਦਾ ਨਾਮ ਯਾਦ ਰੱਖ ਸਕਦੇ ਹੋ। ਬਾਕੀ ਬਾਲਾ ਦੇਵੀ ਬਾਰੇ ਯਾਦ ਰੱਖਣਾ ਜੀ, ਯੂਰਪੀਅਨ ਲੀਗ ਦੇ ਵਿੱਚ ਗੋਲ ਕਰਨ ਵਾਲੀ ਪਹਿਲੀ ਮਹਿਲਾ ਭਾਰਤੀ ਫੁੱਟਬਾਲਰ ਬਣੀ ਆ ਬਾਲਾ ਦੇਵੀ।
ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ। ਬਾਲਾ ਦੇਵੀ ਵਾਲਾ ਕੁਐਸਚਨ ਪਿੱਛੇ ਇੱਕ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਆਇਆ ਸੀਗਾ, ਪੁੱਛਿਆ ਗਿਆ ਸੀ ਬਾਲਾ ਦੇਵੀ ਕਿਹੜੀ ਖੇਡ ਨਾਲ ਸੰਬੰਧਿਤ ਹੈ, ਫੁੱਟਬਾਲ ਨਾਲ ਸੰਬੰਧਿਤ ਹੈ ਇਹ, ਤਾਂ ਇਹਦੇ ਬਾਰੇ ਯਾਦ ਰੱਖ ਸਕਦੇ ਤੁਸੀਂ। ਬਾਕੀ ਇਸ ਤੋਂ ਇਲਾਵਾ ਗੱਲ ਕੁਐਸਚਨ ਵਿੱਚ ਓਲੰਪਿਕ ਦੀ ਵੀ ਕੀਤੀ ਗਈ ਹੈ, ਤਾਂ ਯਾਦ ਰੱਖ ਸਕਦੇ ਹੋ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਬਣੇ ਸੀ ਹੁਣ ਥੋਮਸ ਬਕ ਆ ਇਹਨਾਂ ਦਾ ਨਾਮ, ਯਾਦ ਰੱਖਣਾ ਸਾਲ 2025 ਤੱਕ ਇਹ ਬਣੇ ਨੇਗੇ, ਤਾਂ ਇਹਦੇ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹਾਊ ਮੱਚ ਫਾਈਨ ਇੰਪੋਜ਼ਡ ਬਾਈ RBI ਔਨ SBI। ਦੇਖੋ ਜੀ ਕਹਿੰਦੇ SBI ਬੈਂਕ ਦੇ ਉੱਤੇ RBI ਬੈਂਕ ਦੇ ਦੁਆਰਾ ਕਿੰਨਾ ਹੁਣ ਜੁਰਮਾਨਾ ਲਗਾਇਆ ਗਿਆ ਗਾ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਵੀ ਜਿਹੜਾ ਸਟੇਟ ਬੈਂਕ ਆਫ ਇੰਡੀਆ ਇਹਨੇ ਕੁਝ ਗਾਈਡਲਾਈਨ ਵਗੈਰਾ ਦਾ ਕੀ ਉਲੰਘਣ ਕੀਤਾ ਸੀਗਾ, ਜਿਹਦੇ ਕਰਕੇ ਕਿ ਇਹਨਾਂ ਦੇ ਉੱਤੇ ਜੀ ਹੁਣ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਗਾ। ਸੋ ਆਪਸ਼ਨ ਨੰਬਰ C ਰਾਈਟ ਆਨਸਰ ਹੈ ਜੀ। ਇਹੀ ਤੁਹਾਨੂੰ ਯਾਦ ਰੱਖਣਾ ਕਿੰਨੇ ਦਾ ਜੁਰਮਾਨਾ ਲੱਗਾ, 2 ਕਰੋੜ ਦਾ, ਔਰ ਕਿਹੜੀ ਬੈਂਕ ਦੇ ਉੱਤੇ ਲਗਾਇਆ ਹਾਲ ਹੀ ਦੇ ਵਿੱਚ, ਤਾਂ ਯਾਦ ਰੱਖਣਾ ਸਟੇਟ ਬੈਂਕ ਆਫ ਇੰਡੀਆ ਦੇ ਉੱਤੇ ਲੱਗਿਆ ਗਾ, ਅਤੇ ਇਹੀ ਇੰਪੋਰਟੈਂਟ। ਬਾਕੀ SBI ਦੀ ਗੱਲ ਕਰੀਏ ਤਾਂ ਇਹਦਾ ਹੈੱਡਕੁਆਟਰ ਯਾਦ ਰੱਖ ਸਕਦੇ ਹੋ ਜੀ ਮੁੰਬਈ ਸ਼ਹਿਰ 'ਚ ਆ, ਔਰ ਇਹਦੇ ਚੇਅਰਮੈਨ ਕੌਣ ਬਣੇ ਹੋਏ ਨੇ, ਦਿਨੇਸ਼ ਕੁਮਾਰ ਖਾਰਾ ਬਣੇ ਹੋਏ ਨੇ, ਯਾਦ ਰੱਖਣਾ। ਨਾਲ ਹੀ ਗੱਲ ਕਰੀਏ RBI ਬੈਂਕ ਜਾਣੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ, ਇਹਦਾ ਹੈੱਡਕੁਆਟਰ ਵੀ ਮੁੰਬਈ ਦੇ ਵਿੱਚ ਹੈ ਜੀ। ਸਥਾਪਨਾ ਇਹਦੀ ਹੋਈ ਸੀ ਜੀ ਸੰਨ 1935 ਵਿੱਚ, ਔਰ ਇਹਦੇ ਜਿਹੜੇ ਹੈੱਡ ਨੇਗੇ ਜਾਣੀ ਕਿ ਗਵਰਨਰ ਨੇ ਕੌਣ ਨੇਗੇ, ਸ਼ਕਤੀਕਾਂਤ ਦਾਸ ਬਣੇ ਹੋਏ ਨੇ ਜੀ। ਕਿੰਨਵੇਂ ਨੰਬਰ ਦੇ ਨੇ, 25ਵੇਂ ਨੰਬਰ ਦੇ ਗਵਰਨਰ ਨੇਗੇ, ਤਾਂ ਇਹ ਵੀ ਜਾਨੇ ਯਾਦ ਰੱਖਣਾ। ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜਿਹੜਾ ਅੱਜ ਲਈ ਤੁਹਾਡੇ ਲਈ ਪ੍ਰਸ਼ਨ ਹੈਗਾ, ਸਭ ਨੇ ਹੀ ਇਹਦਾ ਰਾਈਟ ਆਨਸਰ ਜ਼ਰੂਰ ਦੱਸਣਾ ਜੀ ਕਮੈਂਟ ਬਾਕਸ ਦੇ ਵਿੱਚ। ਔਰ ਕਲਾਸ ਵਧੀਆ ਲੱਗੀ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ, ਠੀਕ ਹੈ ਜੀ। ਸੋ ਸਾਰਿਆਂ ਨੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਔਰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿੱਦਾਂ ਦੀ ਲੱਗੀ ਕਲਾਸ। ਬਾਕੀ ਤੁਹਾਡੇ ਲਈ ਪ੍ਰਸ਼ਨ ਇਹੀ ਹੈ ਜੀ, ਵਿਚ ਕੰਟਰੀ ਡਿਸਾਈਡਡ ਟੂ ਬੈਨ ਵੀਅਰਿੰਗ ਦੀ ਬੁਰਕਾ ਆਫਟਰ ਸਵਿਟਜ਼ਰਲੈਂਡ। ਦੇਖੋ ਜੀ ਕਹਿੰਦੇ ਸਵਿਟਜ਼ਰਲੈਂਡ ਤੋਂ ਬਾਅਦ ਕਿਹੜੇ ਦੇਸ਼ ਨੇ ਬੁਰਕਾ ਪਾਉਣ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ, ਕਿਹੜੇ ਦੇਸ਼ ਨੇ ਕੀਤਾ ਗਾ, ਉਸ ਦੇਸ਼ ਬਾਰੇ ਵੀ ਲਿਖਣਾ ਜੀ। ਉਹਦੀ ਕੈਪੀਟਲ, ਕਰੰਸੀ, ਪ੍ਰੈਜ਼ੀਡੈਂਟ, PM ਬਾਰੇ ਵੀ ਜ਼ਰੂਰ ਦੱਸ ਸਕਦੇ ਤੁਸੀਂ। ਔਰ ਇਸ ਤੋਂ ਇਲਾਵਾ ਕੋਈ ਹੋਰ ਵੀ ਐਕਸਟਰਾ ਨੌਲੇਜ ਹੈਗੀ ਉਸ ਕੰਟਰੀ ਬਾਰੇ ਤਾਂ ਉਹ ਵੀ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਲਾਸ। ਆਈ ਹੋਪ ਤੁਹਾਨੂੰ ਸਾਰੀਆਂ ਕਰੰਟ ਅਫੇਅਰ ਨਿਊਜ਼ ਸਮਝ ਆਈਆਂ ਹੋਣਗੀਆਂ। ਅਗਰ ਕਿਤੇ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬੇਝਿਜਕ ਆਪਣਾ, ਠੀਕ ਹੈ ਜੀ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।